ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਕੀ ਹਾਲ ਹੈ ਵੀਰ ਜੀ ठीक हो तबीयत ठीक है सुख शांति खैर खैरत है गुरु महाराज की कृपा है ठीक तो है हम मगर आज सारा दिन ही बस काबुल में भी तालिबान आए थे और हम भी गुरुद्वारे में अभी भी और ठीक हो और तालिबान से जो गैर मुस्लिम है वो तो डर तो रहे हैं मगर डर के जी रहे हैं अभी तो फिर भी कुछ कह नहीं सकते क्योंकि हालात तो अभी ठीक नहीं है फिर भी गुरु महाराज कृपा करे गुरु ग्रंथ साहिब महाराज जी कृपा होगी फिर देखेंगे कि होता है संगत साथ संगत दात से संगत जो रह गई और गैर मुस्लिम जो रह गए ने वो तो डर के जी रही है अब तक तो डर के जी रही है फिर कहना तो कुछ नहीं कह सकते हम क्योंकि पता नहीं किस टाइम की होगा वो तो गुरु महाराज को पता होगा ਦੀ ਡਾਇਲੌਗ ਟਾਈਮ ਤੇ ਮੰਚ ਤੇ ਸਾਰੇ ਹੀ ਵਿਊਅਰਸ ਦਾ ਸਵਾਗਤ ਹੈ। ਅੱਜ ਦੀ ਜੋ ਜਿਹੜੇ ਮੇਨ ਖਬਰ ਹੈ ਕਿ ਅਫਗਾਨਿਸਤਾਨ ਦੇ ਵਿੱਚ ਕਿਵੇਂ ਕਿ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਬਹੁਤ ਸਾਰੇ ਲੋਕ ਇਸ ਨੂੰ ਇਸ ਤਰੀਕੇ ਨਾਲ ਲੈ ਰਹੇ ਨੇ ਕਿ ਅਮਰੀਕਾ ਦੀ 20 ਸਾਲ ਦੀ ਇਨਵੈਸਟਮੈਂਟ ਖਤਮ ਹੋ ਗਈ ਹੈ। ਅਮਰੀਕਾ ਨੇ 20 ਸਾਲ ਪੂਰੀ ਕੋਸ਼ਿਸ਼ ਕੀਤੀ ਕਿ ਉੱਥੇ ਇੱਕ ਆਪਣੀ ਮਨਪਸੰਦ ਸਰਕਾਰ ਬਣਾ ਕੇ ਰੱਖੀ ਜਾਵੇ ਤੇ ਜਾਂ ਉੱਥੇ ਉਹਨਾਂ ਨੇ ਜਿਵੇਂ ਉਹਨਾਂ ਦੇ ਰਾਸ਼ਟਰਪਤੀ ਕਹਿੰਦੇ ਨੇ ਕਿ ਉਹਨਾਂ ਨੇ ਟ੍ਰਿਲੀਅਨਸ ਡਾਲਰਸ ਇਨਵੈਸਟ ਕੀਤਾ ਹੈ ਪਰ ਫਿਰ ਵੀ ਉੱਥੇ ਜੋ ਤਾਲਿਬਾਨਸ ਨੇ ਉਹਨਾਂ ਦਾ ਇੰਪੈਕਟ ਨੂੰ ਉਹ ਘੱਟ ਨਹੀਂ ਕਰ ਸਕੇ। 20 ਸਾਲਾਂ ਬਾਅਦ ਉਹਨਾਂ ਨੂੰ ਉੱਥੋਂ ਵਾਪਸ ਜਾਣਾ ਪੈ ਰਿਹਾ। ਇਹ ਸੇਮ ਕੰਡੀਸ਼ਨ ਸ਼ਾਇਦ ਵੀਅਤਨਾਮ ਤੋਂ ਬਾਅਦ ਜੋ ਅਮਰੀਕਨਸ ਦੀ ਬਣੀ ਸੀ ਉਹ ਹੁਣ ਦੁਬਾਰਾ ਬਣੀ ਹੈ। ਪਰ ਸਾਨੂੰ ਇੱਥੇ ਇਹ ਵੀ ਦੇਖਣਾ ਪਵੇਗਾ ਕਿ ਜੋ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਆਖਿਆ ਸੀ ਕਿ ਅਫਗਾਨਿਸਤਾਨ ਦੇ ਵਿੱਚ ਨੇਸ਼ਨ ਬਿਲਡਅਪ ਕਰਨ ਨਹੀਂ ਗਏ। ਉਹਨਾਂ ਦਾ ਕੰਮ ਸਿਰਫ ਉਸ ਵੇਲੇ ਦੀ ਜੋ ਤਾਲਿਬਾਨ ਹਕੂਮਤ ਸੀ ਜਿਹਦੇ ਵਿੱਚ ਉਹਨਾਂ ਨੇ ਬਿਨ ਲਾਦੇਨ ਜਾਂ ਹੋਰ ਕਈ ਟੈਰਰਿਸਟ ਆਰਗੇਨਾਈਜੇਸ਼ਨ ਸੀਗੀਆਂ ਉਹਨਾਂ ਨੂੰ ਨੱਥ ਪਾਉਣ ਵਾਸਤੇ ਉਹ ਗਏ ਸਨ। ਪਰ ਫਿਰ ਵੀ ਕਈ ਲੋਕ ਉਸ ਨੂੰ ਅਮਰੀਕਾ ਦੀ ਨਾਕਾਮੀ ਮੰਨਦੇ ਨੇ ਪਰ ਮੈਨੂੰ ਲੱਗਦਾ ਕਿ ਅਮਰੀਕਾ ਦੀ ਨਾਕਾਮੀ ਤਾਂ ਜੇ ਹੈ ਤਾਂ ਇਹਦੇ ਨਾਲ ਸਭ ਤੋਂ ਵੱਡੀ ਨਾਕਾਮੀ ਤਾਂ ਜਿਵੇਂ ਆਪਾਂ ਕਹਿ ਰਹੀਏ ਕਿ ਜੇ ਫਾਲ ਆਫ ਕਾਬੁਲ ਹੈ ਤਾਂ ਉਹ ਫਾਲ ਆਫ ਹਿਊਮਨ ਰਾਈਟਸ ਵੀ ਹੈ। ਜਿਵੇਂ ਪਹਿਲਾਂ ਇਹ ਭਾਵੇਂ ਡੰਮੀ ਹਕੂਮਤ ਸੀ ਪਰ ਸ਼ਾਇਦ ਲੋਕਾਂ ਨੂੰ ਥੋੜ੍ਹੇ ਬਹੁਤੇ ਹਕੂਕ ਹੱਕ ਸਨ ਤੇ ਹੁਣ ਜਿਵੇਂ ਕਿ ਲੇਟੈਸਟ ਖਬਰਾਂ ਆ ਰਹੀਆਂ ਨੇ ਕਿ ਕਿਵੇਂ ਤਾਲਿਬਾਨਸ ਆਪਣੇ ਜੋ ਪਸੰਦੀਦਾ ਉਹਨਾਂ ਦੇ ਜੋ ਕਾਨੂੰਨ ਹੈ ਉਹਨਾਂ ਨੂੰ ਲਾਗੂ ਕਰਨ ਲਈ ਤਰਲੋ ਮੱਛੀ ਹੋਏ ਪਏ ਨੇ। ਤੇ ਇਹਦੇ ਵਿੱਚ ਜੋ ਸਾਡਾ ਇੱਕ ਗਵਾਂਢੀ ਮੁਲਕ ਹੈ ਪਾਕਿਸਤਾਨ ਉਹ ਵੀ ਸ਼ਾਇਦ ਓਪਨਲੀ ਤਾਂ ਨਹੀਂ ਉਹਨਾਂ ਦੀ ਕੋਈ ਗਵਰਨਮੈਂਟ ਤਾਂ ਨਹੀਂ ਪਰ ਕਈ ਇਸ ਨੂੰ ਪਸੰਦ ਕਰ ਰਹੇ ਨੇ ਕਿ ਤਾਲਿਬਾਨ ਦਾ ਰਾਜ ਆਇਆ ਤੇ ਇੱਕ ਉਹਨਾਂ ਦੇ ਲਈ ਸ਼ਾਇਦ ਵਧੀਆ ਹੈ ਤਾਂ ਸ਼ਾਇਦ ਉਹ ਇਸ ਲਈ ਵੀ ਵਧੀਆ ਕਿ ਇੰਡੀਆ ਦੀ ਬਹੁਤ ਵੱਡੀ ਇਨਵੈਸਟਮੈਂਟ ਸੀ ਜੋ ਉਹ ਵੀ ਸ਼ਾਇਦ ਉੱਥੇ ਡੁੱਬ ਗਈ ਹੈ। ਪਾਰਲੀਮੈਂਟ ਬਣਾ ਕੇ ਦਿੱਤਾ ਜਾਂ ਹੋਰ ਕਈ ਤਰ੍ਹਾਂ ਦੀਆਂ ਇਨਵੈਸਟਮੈਂਟਸ ਸਨ ਉੱਥੇ। ਪਰ ਸਾਨੂੰ ਇੱਥੇ ਮੈਨੂੰ ਇਸ ਤੋਂ ਇੱਕ ਗੱਲ ਯਾਦ ਆਈ ਕਿ ਹਲੇਰੀ ਕਲਿੰਟਨ ਨੇ ਜੋ ਕਿ ਜਦੋਂ ਉਹ ਸੈਕਟਰੀ ਸਨ US ਦੇ 2011 ਦੀ ਗੱਲ ਹੈ ਤੇ ਉਹਨਾਂ ਨੇ ਆਖਿਆ ਸੀਗਾ ਕਿ ਜੇ ਤੁਸੀਂ ਸੱਪ ਨੂੰ ਆਪਣੇ ਘਰ ਦੇ ਬੈਕਯਾਰਡ ਦੇ ਵਿੱਚ ਪਾਲ ਕੇ ਰੱਖੋਗੇ ਤਾਂ ਇਹ ਉਮੀਦ ਕਰੋਗੇ ਕਿ ਉਹ ਤੁਹਾਨੂੰ ਨਾ ਕੱਟੇ ਤੇ ਗੁਆਂਢੀ ਨੂੰ ਕੱਟੇ ਤਾਂ ਫਿਰ ਉਹ ਇੱਕ ਤੁਹਾਡੀ ਆਪਣੀ ਖੁਸ਼ਫਹਿਮੀ ਹੈ। ਇਸੇ ਹੀ ਹਵਾਲੇ ਦੇ ਨਾਲ ਇੱਕ ਹੋਰ ਵੀ ਹੈ ਕਿ ਜਿਹੜੀ ਪਾਕਿਸਤਾਨ ਦੇ ਵਿੱਚ ਬਹੁਤ ਵੱਡੀ ਘਟਨਾ ਹੋਈ ਸੀਗੀ ਪੇਸ਼ਾਵਰ ਦੀ ਉਸ ਦੀ ਵੀ ਜ਼ਿੰਮੇਵਾਰੀ ਤਾਲਿਬਾਨ ਨੇ ਹੀ ਲਈ ਸੀ ਤੇ ਇਸ ਦੇ ਨਾਲ ਹੀ ਜਿਹੜੇ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੇ ਜਨਰਲ ਮੁਸ਼ਰਫ ਉਹਨਾਂ ਨੇ ਇਹਨਾਂ ਤਾਲਿਬਾਨ ਇਹਨਾਂ ਹਕਾਨੀ ਨੈਟਵਰਕ ਅਲ ਜਵਾਰੀ ਤੇ ਜਾਂ ਲਦੇਨ ਦੇ ਬਾਰੇ ਜੋ ਕਿਹਾ ਉਸ ਨੂੰ ਵੀ ਤੁਸੀਂ ਇਸ ਕਲਿੱਪ ਦੇ ਵਿੱਚ ਸੁਣ ਸਕਦੇ ਹੋ। हम इधर कंफ्यूज है कि यार ये बंदा क्लियरली बताया ना हमें फॉर्मर प्रेसिडेंट है कि यार बच्चों ये बंदा फ्रीडम फाइटर है या नहीं है कुछ और चीज। ओके मैं थोड़ा सा मुझे 2-3 मिनट दो ना। इशू देखो माहौल इधर 1979 से बहुत तब्दील होता चला रहा है। एक रिलीजियस मिलिटेंसी हमने पाकिस्तान के हक में यहाँ इंट्रोड्यूस की सोवियट्स को निकालने के लिए। ठीक है, हम मुजाहिदीन लाए पूरी दुनिया से, हमने तालिबान को ट्रेन किया, उन्हें वेपन्स दिए, उनको अंदर भेजा, वो हमारे हीरो थे। ठीक है, ये जो हक्कानी है हीरो है हमारा जी। ठीक है, टीज का हीरो है बिल्कुल। ओसामा बिन लादेन हमारा हीरो था, CIA का भी था शायद। यस, ये ज़वाहिरी हमारा हीरो था। तो माहौल अलग था, अब माहौल। ਸੋ ਇਸ ਕਲਿੱਪ ਤੋਂ ਹੀ ਤੁਸੀਂ ਇੱਕ ਤਰੀਕੇ ਦਾ ਆਈਡੀਆ ਲੈ ਸਕਦੇ ਹੋ ਕਿ ਜੋ ਟੈਰਰਿਜ਼ਮ ਆ ਉਹ ਇੱਕ ਤਰੀਕੇ ਦਾ ਇੱਕ ਟੂਲ ਦੇ ਤਰੀਕੇ ਨਾਲ ਵਰਤਿਆ ਜਾ ਰਿਹਾ ਇੱਕ ਕੰਟਰੀ ਦੁਆਰਾ ਜੋ ਕਿ ਜਿਵੇਂ ਇੱਕ ਪਰਿਭਾਸ਼ਾ ਹੁੰਦੀ ਹੈ ਗੁੱਡ ਟੈਰਰਿਜ਼ਮ ਤੇ ਬੈਡ ਟੈਰਰਿਜ਼ਮ
ਉਸ ਦੇ ਅਨੁਸਾਰ ਐਜ਼ ਅ ਗੁੱਡ ਟੈਰਰਿਜ਼ਮ ਤਾਲਿਬਾਨ ਨੂੰ ਲਿਆ ਜਾ ਰਿਹਾ ਹੈ। ਇਸ ਤੋਂ ਤਾਂ ਫਿਰ ਇਹੀ ਸਾਬਤ ਹੁੰਦਾ ਕਿ ਜੋ ਪੈਂਟਾਗਨ ਨੇ ਥੋੜ੍ਹੇ ਦਿਨ ਪਹਿਲਾਂ ਆਪਣੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਪਾਕਿਸਤਾਨ ਦੇ ਵਿੱਚ ਕੁਛ ਸੇਵ ਹੈਵਨ ਹਨ, ਤੇ ਉਹ ਫਿਰ ਲਗਭਗ ਲੱਗਦਾ ਹੀ ਹੈ ਕਿ ਉਹ ਸ਼ਾਇਦ ਹੈਗੇ ਹੀ ਨਹੀਂ, ਕਿ ਜਦੋਂ ਇੱਕ ਸਾਬਕਾ ਰਾਸ਼ਟਰਪਤੀ ਹੀ ਉਹਨਾਂ ਨੂੰ ਆਪਣਾ ਹੀਰੋ ਦੱਸ ਰਿਹਾ ਹੋਵੇ। ਈਵਨ ਕਿ ਥੋੜ੍ਹੇ ਟਾਈਮ ਪਹਿਲਾਂ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਵੀ ਲਦੇਨ ਵਾਸਤੇ ਸ਼ਹੀਦ ਦਾ ਸ਼ਬਦ ਵਰਤਿਆ ਸੀ, ਜੋ ਕਿ ਇੱਕ ਤਰੀਕੇ ਦਾ ਇੱਕ ਪ੍ਰਾਈਮ ਮਿਨਿਸਟਰ ਨੂੰ ਇੱਕ ਟੈਰਰਿਸਟ ਵਾਸਤੇ ਇਹੋ ਜਿਹੇ ਸ਼ਬਦ ਜਾਂ ਉਹਨਾਂ ਨੂੰ ਮਹਿਮਾ ਕਰਨਾ ਇੱਕ ਗਲਤ ਗੱਲ ਦੇ ਤਰੀਕੇ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਜੇ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਤਾਲਿਬਾਨ ਹੀ ਉੱਥੋਂ ਦੇ ਲੋਕਲ ਸਰਕਾਰ ਹੋਣੀ ਚਾਹੀਦੀ ਹੈ, ਤੇ ਉਹੀ ਲੋਕ ਉੱਥੋਂ ਦੇ ਲੋਕਲ ਨੇ, ਤੇ ਉਹਨਾਂ ਦੀ ਹੀ ਸਰਕਾਰ ਜਿਹੜੀ ਉਹਨੂੰ ਇੱਕ ਲੀਗਲ ਅਖਤਿਆਰ ਹੋਣੇ ਚਾਹੀਦੇ ਨੇਗੇ। ਉਹਨਾਂ ਲੋਕਾਂ ਦੇ ਨੂੰ ਵੀ ਇੱਕ ਤਰੀਕੇ ਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਲੋਕ ਉਹਨਾਂ ਨੂੰ ਦੀ ਸਪੋਰਟ ਕਰਦੇ ਨੇਗੇ, ਜਦ ਕਿ ਆਮ ਲੋਕਾਂ ਦੀ ਜ਼ਿੰਦਗੀ ਉਹਨਾਂ ਨੇ ਨਰਕ ਦੇ ਵਾਂਗੂ ਬਣਾ ਦਿੱਤੀ ਹੋਈ ਹੈ, ਜਿਵੇਂ ਉਹਨਾਂ ਦਾ ਪਹਿਲਾ ਰੂਲ ਸੀਗਾ ਤਾਲਿਬਾਨਸ ਦਾ। ਇਸੇ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਆਰਿਫ ਮੁਹੰਮਦ ਖਾਨ ਸਾਹਿਬ, ਜੋ ਕਿ ਇਨ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਕੈਬਨਿਟ ਮਿਨਿਸਟਰ ਸਨ ਰਾਜੀਵ ਗਾਂਧੀ ਦੀ ਹਕੂਮਤ ਵੇਲੇ, ਉਹਨਾਂ ਨੇ ਉਸ ਟਾਈਮ ਜੋ ਬੜਾ ਹੀ ਮਸ਼ਹੂਰ ਕੇਸ ਸ਼ਾਹਬਾਨੋ ਕੇਸ ਹੋਇਆ ਸੀਗਾ, ਜਿਸ ਦੇ ਕਰਕੇ ਉਹਨਾਂ ਨੇ ਆਪਣੇ ਕੈਬਨਿਟ ਮਿਨਿਸਟਰੀ ਤੋਂ ਅਸਤੀਫਾ ਦੇ ਦਿੱਤਾ ਸੀ, ਕਿਉਂਕਿ ਉਹ ਆਪਣੀ ਹੀ ਸਰਕਾਰ ਦੇ ਨਾਲ ਨਾਰਾਜ਼ ਸਨ ਕਿ ਉਹ ਸ਼ਾਹਬਾਨੋ ਕੇਸ ਦੇ ਵਿੱਚ ਜੋ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ, ਉਸ ਨੂੰ ਉਹਨਾਂ ਦੀ ਹੀ ਸਰਕਾਰ ਉਸ ਫੈਸਲੇ ਨੂੰ ਉਲਟਾ ਰਹੀ ਸੀ। ਜਦੋਂ ਉਹਨਾਂ ਨੂੰ ਵੱਖ-ਵੱਖ ਉਹਨਾਂ ਦੇ ਜਿਹੜੇ ਕੈਬਨਿਟ ਮਿਨਿਸਟਰੀ ਦੇ ਵਿੱਚ ਕੋਲੀਗ ਸਨ, ਉਹਨਾਂ ਨੂੰ ਮਨਾਉਣ ਵਾਸਤੇ ਪਹੁੰਚੇ, ਜਿਹਦੇ ਵਿੱਚ ਅਰੁਣ ਨਹਿਰੂ ਦਾ ਵੀ ਨਾਮ ਹੈ ਜਾਂ ਹੋਰ ਵੀ ਨਾਮ ਹੈਗੇ ਨੇ, ਤੇ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਕਿਹਾ ਵੀ ਮੈਂ ਨਹੀਂ ਇਸ ਗੱਲ ਨੂੰ ਤੇ ਐਗਰੀਡ ਹੈਗਾ ਕਿ ਜਿਸ ਹਕੂਮਤ ਦੇ ਵਿੱਚ ਮੈਂ ਹੋਵਾਂ ਉਹ ਸੁਪਰੀਮ ਕੋਰਟ ਦਾ ਫੈਸਲੇ ਨੂੰ ਬਦਲ ਦੇਵੇ, ਜਦ ਕਿ ਸ਼ਾਹਬਾਨੋ ਦਾ ਕਿਸੇ ਇੱਕ ਹਿਊਮਨ ਐਂਗਲ ਤੋਂ ਦੇਖਣਾ ਚਾਹੀਦਾ ਹੈ। ਤਾਂ ਉਸੇ ਹੀ ਟਾਈਮ ਉਹਨਾਂ ਨੂੰ ਜਦੋਂ ਉਸ ਵੇਲੇ ਦੇ ਜਿਹੜੇ ਸੀਨੀਅਰ ਮਿਨਿਸਟਰ ਸਨ ਰਾਜੀਵ ਗਾਂਧੀ ਦੀ ਸਰਕਾਰ ਦੇ ਵਿੱਚ, PV ਨਰਸਿਮਹਾ ਰਾਓ, ਜੋ ਬਾਅਦ ਵਿੱਚ ਪ੍ਰਧਾਨ ਮੰਤਰੀ ਵੀ ਬਣੇ, ਉਹ ਵੀ ਜਦੋਂ ਉਹਨਾਂ ਨੂੰ ਮਨਾਉਣ ਵਾਸਤੇ ਪਹੁੰਚੇ, ਇਹ ਮੈਂ ਕੋਟ ਕਰ ਰਿਹਾ ਆਰਿਫ ਮੁਹੰਮਦ ਖਾਨ ਸਾਹਿਬ ਨੂੰ, ਕਿ ਉਹਨਾਂ ਨੇ ਆਖਿਆ ਕਿ ਨਰਸਿਮਹਾ ਰਾਓ ਨੇ ਕਿਹਾ ਆਰਿਫ ਸਾਹਿਬ ਨੂੰ ਕਿ ਅਸੀਂ ਪੋਲਿਟਿਕਸ ਦੇ ਵਿੱਚ ਆ, ਅਸੀਂ ਸਮਾਜ ਸੇਵਾ ਨਹੀਂ ਕਰਦੇ। ਜੇ ਕੁਝ ਲੋਕ ਇੱਕ ਗਟਰ ਦੇ ਵਿੱਚ ਡਿੱਗੇ ਰਹਿਣਾ ਪਸੰਦ ਕਰਦੇ ਨੇ, ਤਾਂ ਇਹਦੇ ਵਿੱਚ ਸਾਨੂੰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਉਹਨਾਂ ਨੂੰ ਅਸੀਂ ਬਾਹਰ ਕੱਢੀਏ। ਤੇ ਜੇ ਹੁਣ ਇਹੀ ਗੱਲ ਅਸੀਂ ਜੋ ਕੁਛ ਅਫਗਾਨੀ ਲੋਕਾਂ ਤੇ ਲਾਗੂ ਕਰਕੇ ਦੇਖ ਲਈਏ, ਕਿ ਜੇ ਲੋਕ ਚਾਹੁੰਦੇ ਨੇ ਕਿ ਉਹ ਤਾਲਿਬਾਨਸ ਦਾ ਹੀ ਰੂਲ ਤੇ ਉਹੀ ਉਹਨਾਂ ਦੇ ਜਿਹੜੇ ਕਾਨੂੰਨ ਨੇ, ਉਹ ਸਖਤ ਕਾਨੂੰਨ ਨੇ, ਜੇ ਉਹਨਾਂ ਜਿਉਣਾ ਚਾਹੁੰਦੇ ਨੇ, ਤੇ ਫਿਰ ਐਬਸੋਲੂਟਲੀ ਉਹਨਾਂ ਦੀ ਮਰਜ਼ੀ ਹੈ, ਉਹ ਉਹਦੇ ਵਿੱਚ ਜਿਉਣ। ਪਰ ਜਿਹੜੀ ਸਾਡੇ ਲਈ ਸੋਚਣ ਦੀ ਮੇਨ ਗੱਲ ਇਹ ਹੈ ਕਿ ਉੱਥੋਂ ਦੀ ਮਾਈਨੋਰਟੀ ਦਾ ਕੀ ਹਾਲ ਹੈ, ਜਿਹੜੇ ਕਿ ਹਿੰਦੂ ਤੇ ਸਿੱਖ ਕਦੇ ਉੱਥੇ 5 ਲੱਖ ਦੀ ਆਬਾਦੀ ਦੇ ਵਿੱਚ ਰਹਿੰਦੇ ਸਨ, ਜੋ ਕਿ ਪਿਛਲੇ 30 ਸਾਲਾਂ ਦੇ ਵਿੱਚ ਘੱਟ ਕੇ ਸੈਂਕੜਿਆਂ ਦੇ ਵਿੱਚ ਹੋ ਚੁੱਕੇ ਨੇ। ਤੇ ਉਹਨਾਂ ਦੇ ਵਿੱਚੋਂ ਵੀ ਬਹੁਤੇ ਹੁਣ ਇਸ ਵੇਲੇ ਦਿੱਲੀ ਦੇ ਵਿੱਚ ਨੇ, ਪਰ ਫਿਰ ਵੀ ਕੋਈ ਲਗਭਗ 200-250 ਜੋ ਸਿੱਖ ਹਿੰਦੂ ਹਜੇ ਵੀ ਅਫਗਾਨਿਸਤਾਨ, ਕਾਬੁਲ ਜਾਂ ਹੋਰ ਸ਼ਹਿਰਾਂ ਦੇ ਵਿੱਚ ਹੈਗੇ ਨੇ। ਤੇ ਉਹ ਸਾਰੇ ਹੀ ਗੁਰਦੁਆਰਿਆਂ ਦੇ ਵਿੱਚ ਜਾਂ ਮੰਦਿਰਾਂ ਦੇ ਵਿੱਚ ਰਹਿ ਰਹੇ ਨੇ, ਸਿਰਫ ਆਪਣੀ ਸੇਫਟੀ ਦੇ ਲਈ। ਤੇ ਉਹਨਾਂ ਦੇ ਨਾਲ ਜੋ ਮੇਰੀ ਗੱਲ ਹੋਈ, ਕਿਉਂਕਿ ਉੱਥੇ ਇੰਟਰਨੈਟ ਬਹੁਤ ਜ਼ਿਆਦਾ ਵੀਕ ਹੈ, ਮੈਂ ਉਹਨਾਂ ਨਾਲ ਸਿੱਧੀ ਗੱਲਬਾਤ ਰਿਕਾਰਡ ਨਹੀਂ ਕਰ ਸਕਿਆ, ਪਰ WhatsApp ਤੇ ਆਪਣਾ ਉਹ ਮੈਸੇਜ ਉਹਨਾਂ ਨੇ ਜ਼ਰੂਰ ਮੈਨੂੰ ਭੇਜਿਆ। ਮੈਂ ਤੁਹਾਨੂੰ ਪਹਿਲਾਂ ਉਹਨਾਂ ਦਾ ਜਿਹੜਾ ਕਲਿੱਪ ਹੈ, ਜਿਹਦੇ ਬਾਰੇ ਉਹ ਜ਼ਿਕਰ ਕਰਦੇ ਨੇ ਕਿ ਲਾਸਟ ਟਾਈਮ ਜਦੋਂ ਤਾਲਿਬਾਨ ਆਏ ਸੀ, ਤੇ ਉਹਨਾਂ ਦੇ ਪੀਲੀਆਂ ਪੱਟੀਆਂ ਬੰਨੀਆਂ ਜਾਂਦੀਆਂ ਸਨ ਉਹਨਾਂ ਦੇ ਮੋਢੇ ਤੇ, ਉਹਨਾਂ ਦੇ ਜੋ ਕਿ ਇੱਕ ਤਰੀਕੇ ਦਾ ਯਾਦ ਕਰਾਉਂਦੀਆਂ ਨੇਗੀਆਂ ਹਿਟਲਰ ਦਾ ਸਮਾਂ, ਜਦੋਂ ਹਿਟਲਰ ਨੇ ਜਿਊਜ਼ ਨੂੰ ਵੀ ਇਸੇ ਤਰ੍ਹਾਂ ਦੀਆਂ ਪੱਟੀਆਂ ਬੰਨਣ ਨੂੰ ਆਖਿਆ ਸੀ। ਤੇ ਤੁਸੀਂ ਸੁਣੋ ਉਹ ਕਲਿੱਪ, ऑडियो क्लिप। लास्ट टाइम तालिबान यहाँ आए थे अफ़गानिस्तान में, और अफ़गानिस्तान में जो गज़नी शहर में लोग रह रहे थे, गज़नी में, कंदहार में और खोस में, करदीज, वहाँ तो काबुल में भी रह रहे थे, उन लोगों को, हिंदू लोगों को बोला था आप पीला कपड़ा पहन लो और टीका लगाओ, इनके लिए बोला था। और दूसरा, लोगों को तो दिक्कत आ रही थी थोड़े टाइम से, उनके भी बाज़े लोग यही बोल रहे थे, और बाज़े लोगों ने जो अपने जो उनके पड़े गुड़े वो थे, उसने कुछ नहीं बोला तालिबान ने। अब तक तो वही मसला नहीं हुआ है, पहले तो यही हुआ था, पहले कोई लास्ट टाइम में, आखिरी टाइम तालिबान
बस उनका निकलने का टाइम था, वही इस टाइम में बोला था उन्होंने। ਦੇਖਿਆ ਕਿ ਕਿਵੇਂ ਜਿਹੜੇ ਉੱਥੇ ਹਿੰਦੂ ਤੇ ਸਿੱਖਾਂ ਵਾਸਤੇ ਲਾਸਟ ਟਾਈਮ ਉਹਨਾਂ ਨੇ ਰੂਲ ਬਣਾਏ ਸਨ, ਇਹ ਪੀਲੀਆਂ ਪੱਟੀਆਂ ਵਾਲੇ, ਖਾਸ ਕਰਕੇ ਹਿੰਦੂਆਂ ਵਾਸਤੇ ਬਣਾਏ ਸਨ, ਕਿਉਂਕਿ ਸਿੱਖਾਂ ਦੀ ਤਾਂ ਪਹਿਚਾਣ ਵੈਸੇ ਹੀ ਹੋ ਜਾਂਦੀ ਹੈ ਕਿ ਇਹ ਸਿੱਖ ਨੇ, ਪਰ ਜਿਹੜੇ ਹਿੰਦੂ ਤੇ ਮੁਸਲਿਮ ਦਾ ਜ਼ਿਆਦਾ ਕੋਈ ਫਰਕ ਨਹੀਂ ਹੈਗਾ ਦੇਖਣ ਦੇ ਵਿੱਚ ਬਾਹਰੋਂ, ਤੇ ਇਸ ਕਰਕੇ ਉਹਨਾਂ ਵਾਸਤੇ ਉਹਨਾਂ ਪੱਟੀਆਂ ਤੇ ਤਿਲਕ ਲਾਉਣ ਲਈ ਆਖਿਆ ਸੀ। ਤੇ ਜਦੋਂ ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਫਿਰ ਹੋਰ ਤੁਹਾਡਾ ਕਿਵੇਂ ਇੰਡੀਆ ਦਾ ਰੋਲ ਕੀ ਹੈ, ਤੇ ਉਹਦੇ ਵਾਸਤੇ ਉਹਨਾਂ ਨੇ ਇੱਕ ਕਲਿੱਪ ਮੈਨੂੰ ਆਡੀਓ ਭੇਜਿਆ, ਤੇ ਤੁਸੀਂ ਉਹ ਵੀ ਸੁਣੋ। वाहिर खालसा वाहिर फतेह। कैसे हो? ठीक हो जी? तबीयत ठीक है? कैसे हो? ठीक हो? ऐसा है वीर जी, हमारे जो यहाँ सरदार लोग, सिख लोग, हिंदू लोग लगे ने, उनका वीज़ा परमानेंटली उनका वीज़ा हैगा, इंडिया का वीज़ा उनका हैगा, और उनको वीज़ा दिया है इंडिया एम्बेसी ने। और जब भी उन्होंने बोला है कुछ प्रॉब्लम होती है या कुछ मसला होता है आपका, हम आपकी सेवा में खड़े हैं, सेवा के लिए, क्योंकि भारत में आपको ले जाने के लिए हम खड़े हैं। ऐसा है इधर जो काम कार भी नहीं, और बंदे भी वहाँ इंडिया से जो आए ने ख़ास काम के लिए आए इधर, क्योंकि उनके स्पॉन्सर और वगैरह उधर कुछ नहीं, काज भी नहीं चल रहा, और 1 साल का जो स्पॉन्सर था वो भी ख़त्म हो गया। अभी जो आए ने इधर बस बंदे भी काम काज के लिए आए हैं, काम अपना काम कर रहे हैं। ਜਿਵੇਂ ਕਿ ਤੁਸੀਂ ਇਸ ਕਲਿੱਪ ਦੇ ਵਿੱਚ ਸੁਣਿਆ ਕਿ ਉਹ ਉਹਨਾਂ ਨੇ ਆਖਿਆ ਕਿ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਐਮਬੈਸੀ ਹੈ ਉੱਥੇ, ਉਹ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਹੈ, ਤੇ ਉਹ ਉਹਨਾਂ ਨੂੰ ਇੱਕ ਤਰੀਕੇ ਦਾ ਉਹਨਾਂ ਨੇ ਹੌਸਲਾ ਦਵਾਇਆ ਹੋਇਆ ਹੈ ਕਿ ਅਸੀਂ ਤੁਹਾਨੂੰ ਇੱਥੋਂ ਕੱਢ ਲਵਾਂਗੇ ਜੇ ਕੋਈ ਬਹੁਤ ਵੱਡੀ ਜ਼ਿਆਦਾ ਪ੍ਰੋਬਲਮ ਆਈ। ਮੈਨੂੰ ਲੱਗਦਾ ਨਹੀਂ ਇਸ ਤੋਂ ਵੱਡੀ ਹੋਰ ਪ੍ਰੋਬਲਮ ਕੀ ਹੋ ਸਕਦੀ ਹੈ। ਤੇ ਉਹ ਇਸ ਤੋਂ ਬਾਅਦ ਉਹਨਾਂ ਦੀ ਜੋ ਮੰਗ ਆ, ਉਹ ਚਾਹੁੰਦੇ ਕੀ ਨੇ, ਤੇ ਜੋ ਬਾਹਰਲਾ ਸਾਡਾ ਸਿੱਖ ਡਾਇਸਪੋਰਾ ਜਾਂ ਇੰਡੀਅਨ ਡਾਇਸਪੋਰਾ ਉਹਨਾਂ ਵਾਸਤੇ ਕਿਵੇਂ ਮਦਦ ਕਰ ਸਕਦਾ ਹੈ, ਜਾਂ ਉਹਨਾਂ ਦੇ ਐਕਚੁਅਲ ਜੋ ਚਾਹੁੰਦੇ ਨੇ ਕਿ ਉਹ ਕੋਈ ਜਿਵੇਂ ਅਸਾਈਲਮ ਮਿਲਦਾ ਹੁੰਦਾ ਹੈ, ਤੇ ਹੁਣ ਉੱਥੇ ਕੰਡੀਸ਼ਨਾਂ ਬੜੀਆਂ ਖਤਰਨਾਕ ਨੇ, ਖਾਸ ਤੌਰ ਤੇ ਨਾਨ ਮੁਸਲਿਮਸ ਵਾਸਤੇ। ਉਹ ਵੀ ਪਲੀਜ਼ ਤੁਸੀਂ ਸੁਣੋ ਕਿ ਉਹਨਾਂ ਨੇ ਉਹਦੇ ਬਾਰੇ ਕੀ ਕਿਹਾ ਹੈ। लोग जो है ना, यहाँ दिल्ली में भी हमारा कुछ काम नहीं हो रहा है, क्योंकि उधर काम नहीं मिल रहा है कोरोना वायरस के लिए, वजह के लिए, और यहाँ भी हमारा काम नहीं। हम लोग चाहते हैं जो जो हमारे साथ जो बाहर की कंट्री ने किया था हम लोगों को, जो आप आओ दिल्ली या और किसी कंट्री में आ जाओ, आपको हम स्पॉन्सर करके निकालते, या कनाडा या ही अमेरिका, और जहाँ भी आप चाहो। अब तक तो कुछ किसी ने भी अब तक कदम नहीं उठाया, क्योंकि हम लोग भी उधर बहुत परेशान हो गए, और यहाँ अफ़गानिस्तान में परेशान है, उधर भी परेशान है, हम दिल्ली में भी, बस हम लोग अभी दो में पड़े हुए हैं, कैसे क्या करें हम। ਕਿਉਂਕਿ ਇਸ ਕਲਿੱਪ ਸੁਣਨ ਤੋਂ ਹੀ ਕਲੀਅਰ ਹੋ ਜਾਂਦਾ ਕਿ ਉਹ ਐਕਚੁਅਲੀ ਚਾਹੁੰਦੇ ਨੇਗੇ ਕਿ ਉਹਨਾਂ ਜਾਂ ਕੋਈ ਜਿਹੜੀਆਂ ਵੈਸਟਰਨ ਕੰਟਰੀਜ਼ ਆ, ਜਾਂ ਕੋਈ ਜਿਹੜੀਆਂ ਅਸਾਈਲਮਸ ਕੰਟਰੀ ਦਿੰਦੀਆਂ ਨੇਗੀਆਂ, ਤੇ ਉਹਨਾਂ ਦੀ ਅੱਗੇ ਲਾਈਫ ਥੋੜ੍ਹੀ ਸੌਖੀ ਹੋ ਸਕੇ। ਉਹ ਉਹਨਾਂ ਦਾ ਇੱਕ ਤਰੀਕੇ ਦੀ ਮੰਗ ਆ ਕਿ ਉਹਨਾਂ ਨੂੰ ਅਸਾਈਲਮ ਦਵਾਇਆ ਜਾਵੇ, ਤੇ ਉਸ ਇੱਕ ਨਰਕ ਰੂਪੀ ਜੋ ਜ਼ਿੰਦਗੀ ਆ ਉਹ ਤੋਂ ਉਹਨਾਂ ਨੂੰ ਨਿਜਾਤ ਦਵਾਈ ਜਾਵੇ। ਤੇ ਇਸ ਤੋਂ ਬਾਅਦ ਉਹਨਾਂ ਨੇ ਜੋ ਲਾਸਟ ਕਲਿੱਪ ਮੈਨੂੰ ਭੇਜਿਆ ਹੈਗਾ ਕਿ ਉਹ ਜਿੱਦਾਂ ਹੁਣ ਤਾਲਿਬਾਨ ਆਲਰੇਡੀ ਕਾਬੁਲ ਦੇ ਵਿੱਚ ਆ ਚੁੱਕੇ ਨੇ, ਉਸ ਦੇ ਬਾਰੇ, ਤੇ ਉੱਥੋਂ ਦੇ ਜਿਹੜੇ ਸਿੱਖ ਉਸ ਵੇਲੇ ਉਹਨਾਂ ਦੀ ਮਾਨਸਿਕ ਸਥਿਤੀ ਕੀ ਹੈ, ਉਸ ਦੇ ਬਾਰੇ ਆ, ਤੇ ਇਹ ਵੀ ਕਲਿੱਪ ਜ਼ਰੂਰ ਸੁਣੋ। वाहिगुरू जी का खालसा वाहिगुरू जी फतेह। क्या हाल है जी? ठीक हो? तबीयत ठीक है? सुख शांति खैर खैरत है? गुरु महाराज की कृपा है, ठीक तो है हम, मगर आज सारा दिन ही बस काबुल में भी तालिबान आए थे, और हम भी गुरुद्वारे में अभी भी, और ठीक हो। और तालिबान से जो गैर मुस्लिम है वो तो डर तो रहे हैं, मगर डर के जी रहे हैं अभी तो, फिर भी कुछ कह नहीं सकते, क्योंकि हालात तो अभी ठीक नहीं है। फिर भी गुरु महाराज कृपा करे, गुरु ग्रंथ साहिब महाराज जी कृपा होगी, फिर देखेंगे कि होता है। संगत साथ संगत दात से संगत जो रह गई, और गैर मुस्लिम जो रह गए ने, वो तो डर के जी रही है, अब तक तो डर के जी रही है। फिर कहना तो कुछ नहीं कह सकते हम, क्योंकि पता नहीं किस टाइम की होगा, वो तो गुरु महाराज को पता होगा। ਜਿਵੇਂ ਕਿ ਤੁਸੀਂ ਇਹ ਕਲਿੱਪ ਸੁਣਿਆ ਕਿ ਜਿਸ ਦੇ ਵਿੱਚ ਉਹ ਕਹਿੰਦੇ ਨੇਗੇ ਕਿ ਉਹਨਾਂ ਤੇ ਬਹੁਤ ਇੱਕ ਮਾਨਸਿਕ ਪੀੜਾ ਦੇ ਵਿੱਚੋਂ ਦੀ ਨਿਕਲ ਰਹੇ ਨੇ, ਬਹੁਤ ਡਰ ਹੈ, ਪਰ ਫਿਰ ਵੀ ਉਹ ਗੁਰੂ ਸਾਹਿਬ ਦੀ ਓਟ ਆਸਰਾ ਤੇ ਵਿੱਚ ਰਹਿ ਰਹੇ ਨੇ। ਤੇ ਸਾਡਾ ਐਕਚੁਅਲੀ ਜਿਹੜਾ ਸਭ ਤੋਂ ਵੱਡਾ ਫਰਜ਼ ਇਹ ਬਣਦਾ ਹੈ ਕਿ ਜੇ ਕੋਈ ਡਾਇਸਪੋਰਾ ਵਿੱਚ ਕੋਈ ਕੰਮ ਕਰ ਸਕਦਾ ਹੈ, ਉਹ ਇਹੀ ਹੈ ਕਿ ਉਹਨਾਂ ਨੂੰ ਅਸਾਈਲਮ ਦਵਾਇਆ ਜਾਏ। ਬੇਸ਼ੱਕ ਕੈਨੇਡਾ ਦੇ ਜੋ ਡਿਫੈਂਸ ਮਿਨਿਸਟਰ ਨੇ, ਉਹਨਾਂ ਨੇ
ਟਵੀਟ ਕਰਕੇ ਪਰਸੋਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ 20,000 ਦੇ ਕਰੀਬ ਲਗਭਗ ਅਫਗਾਨੀ ਲੈ ਰਹੇ ਹਾਂ, ਜਿਹਦੇ ਵਿੱਚ ਸਾਰੇ ਹੀ ਹਿੰਦੂ ਸਿੱਖ ਹੋਣਗੇ। ਤੇ ਮੈਨੂੰ ਵੀ ਇਹੀ ਉਮੀਦ ਹੈ ਤੇ ਅਰਦਾਸ ਵੀ ਇਹੀ ਹੈ ਕਿ ਉਹ ਜਿੰਨੇ ਵੀ ਹਿੰਦੂ ਸਿੱਖ ਹੈ ਉਹ ਉੱਥੋਂ ਸੁਰੱਖਿਅਤ ਬਾਹਰ ਕੱਢ ਲਏ ਜਾਣ ਤੇ ਇੱਕ ਵਧੀਆ ਕਿਸੇ ਕੰਟਰੀ ਜਿਹੜੀ ਕਿ ਅਸਾਈਲਮ ਵੀ ਦਿੰਦੀ ਹੋਵੇ ਤੇ ਬਾਅਦ ਚੋਂ ਜਿਹੜੇ ਅਸਾਈਲਮ ਲੈਣ ਵਾਲੇ ਆ ਉਹਨਾਂ ਦੀ ਸਪੋਰਟ ਵੀ ਕਰਦੀ ਹੋਵੇ। ਇਹੋ ਜਿਹੇ ਦੇਸ਼ ਦੇ ਵਿੱਚ ਉਹਨਾਂ ਦੀ ਜੋ ਅਗਲੀ ਜ਼ਿੰਦਗੀ ਬਿਤਾਉਣ, ਜੋ ਕਿ ਇੱਕ ਬਿਹਤਰ ਜ਼ਿੰਦਗੀ ਜਿਸ ਦਾ ਕਿ ਉਹਨਾਂ ਨੂੰ ਜਿਉਣ ਦਾ ਹੱਕ ਹੈ।